ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਦੋਹਰਾ ਜਨ ਮੂਰਤ ਅਨੁਰਾਗ ਹਵੈ, ਗਾਵਤ ਆਸਾ ਰਾਗ। ਸੋ ਦਰ ਸ਼ਬਦ ਉਚਾਰ ਕੈ, ਬੰਦਤ ਹਵੈ ਅਸ਼ਟਾਂਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀ ਦੇ ਦੌਰਾਨ ਚਲੋ ਚਾਲ ਸੁਮੇਰ ਪਰਬਤ ਤੋਂ ਹੁੰਦੇ ਹੋਏ ਅਨੇਕਾਂ ਰਿਸ਼ੀਆਂ ਮੁਨੀਆਂ ਦੱਤਾਤਰੇय ਵਰਗਿਆਂ ਨੂੰ ਮਿਲਦੇ ਹੋਏ ਧਰੂਪ ਭਗਤ ਦੇ ਕੋਲ ਪਹੁੰਚੇ ਔਰ ਭਾਈ ਮਰਦਾਨਾ ਜੀ ਹੋਰਾਂ ਨੂੰ ਧਰੂਪ ਭਗਤ ਦੇ ਕੋਲ ਬਿਠਾ ਕਰਕੇ ਆਪ ਜੀ ਅੱਗੇ ਚਲੇ ਗਏ। ਦੱਸਦੇ ਹੈ ਕਿ ਅੱਗੇ ਧੰਨ ਗੁਰੂ ਨਾਨਕ ਦੇਵ ਜੀ ਸੱਚਖੰਡ ਪਹੁੰਚੇ, ਪਰਮੇਸ਼ਰ ਦੇ ਸਾਹਮਣੇ, ਜਿੱਥੇ ਬੇਅੰਤ ਰੂਹਾਂ ਭਜਨ ਬੰਦਗੀ ਕਰ ਰਹੀਆਂ, ਨਾਮ ਜਪ ਰਹੀਆਂ ਹਨ। ਉਹਨਾਂ ਸਾਰਿਆਂ ਨੇ ਇਹਨਾਂ ਦਾ ਬੜਾ ਸਤਿਕਾਰ ਕੀਤਾ ਖੜ੍ਹੇ ਹੋ ਕੇ। ਅਖੀਰ ਪਰਮੇਸ਼ਰ ਦੇ ਸਾਹਮਣੇ ਜਦ ਗਏ ਤਾਂ ਪਰਮੇਸ਼ਰ ਨੇ ਪੁੱਛਿਆ, ਆ ਨਾਨਕ, ਜਿਸ ਕੰਮ ਲਈ ਤੈਨੂੰ ਭੇਜਿਆ ਸੀ ਉਹਦਾ ਕੀ ਪ੍ਰੋਗਰਾਮ ਹੈ, ਕੀ ਦੱਸਿਆ, ਕੀ ਰਿਪੋਰਟ ਹੈਗੀ ਹੈ, ਕਿੰਨੇ ਕੁ ਲੋਕ ਮੈਨੂੰ ਜਪਣ ਲੱਗ ਪਏ ਹਨ। ਧੰਨ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਅਕਾਲ ਪੁਰਖ ਜੀ ਦੇ ਸਾਹਮਣੇ ਖੜ੍ਹ ਕੇ ਫਿਰ ਸੋਦਰ ਦੀ ਪੌੜੀ ਉਚਾਰੀ ਆ। ਪਹਿਲਾਂ ਸਿਫਤ ਕਰਦੇ ਆ, ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ। ਫਿਰ ਦੱਸਣਾ ਕਰਦੇ ਹਨ ਕਿ ਕਿਤਨੀ ਦੁਨੀਆ ਤੈਨੂੰ ਗਾ ਰਹੀ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਬਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਓ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਸਾਰੀ ਪੌੜੀ ਗਾ ਕੇ ਅਖੀਰ 'ਤੇ ਕਹਿੰਦੇ, ਮਹਾਰਾਜ ਹਜੇ ਮੈਂ ਪੂਰੇ ਦੱਸ ਨਹੀਂ ਸਕਿਆ, ਹੋਰ ਕੇਤੇ ਗਾਵਣ ਸੇ ਮੈਂ ਚਿੱਤ ਨ ਆਵਣ। ਨਾਨਕ ਕਿਆ ਵਿਚਾਰੇ, ਇਹ ਨਾਨਕ ਕਿਆ ਤੇਰੀ ਕੁਦਰਤ ਦਾ ਵਿਚਾਰ ਕਰ ਸਕਦਾ ਹੈ। ਕੁਦਰਤ ਕਵਨ ਕਹਾਂ ਵਿਚਾਰ, ਕਿੰਨੀ ਦੁਨੀਆ ਤੈਨੂੰ ਯਾਦ ਕਰ ਰਹੀ ਹੈ, ਨਾਨਕ ਪੂਰਾ ਨਹੀਂ ਕਹਿ ਸਕਦਾ। ਤੋ ਇਸ ਤਰ੍ਹਾਂ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਸਿਫਤ ਕੀਤੀ ਅਤੇ ਇਹ ਸੋਦਰ ਦੀ ਪੌੜੀ ਰਾਹੀਂ ਸਤਿਗੁਰੂ ਅਕਾਲ ਪੁਰਖ ਜੀ
ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਮਹਿਮਾ ਸੁਣ ਕੇ ਕਹਿੰਦੇ ਬੜੇ ਖੁਸ਼ ਹੋਏ, ਔਰ ਖੁਸ਼ ਹੋਣ ਤੋਂ ਬਾਅਦ ਕਹਿਣ ਲੱਗੇ ਠੀਕ ਹੈ ਨਾਨਕ। ਕਹਿੰਦੇ ਆਕਾਸ਼ ਵਿੱਚੋਂ ਉੱਥੋਂ ਆਵਾਜ਼ ਆਈ ਆ ਉੱਚੀ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜਿੱਥੇ ਸੱਚਖੰਡ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਗਏ ਹਨ। ਔਰ ਫਿਰ ਆਵਾਜ਼ ਆਈ, ਹੇ ਨਾਨਕ ਹੁਣ ਤੂੰ ਸੰਸਾਰ ਵਿੱਚ ਵਾਪਸ ਜਾ, ਤੇ ਜੋ ਰਹਿੰਦਾ ਇਲਾਕਾ ਹੈ, ਜੋ ਧਰਤੀ ਰਹਿ ਗਈ ਹੈ, ਉੱਥੇ ਵੀ ਜਾ ਕੇ ਮੇਰੇ ਨਾਮ ਦਾ ਪ੍ਰਚਾਰ ਕਰ। ਧੰਨ ਗੁਰੂ ਨਾਨਕ ਦੇਵ ਜੀ ਨੇ ਨਮਸਕਾਰ ਕੀਤੀ, ਅਸ਼ਟਬੰਦਨਾ ਕੀਤੀ, ਔਰ ਹੁਕਮ ਸੁਣਦਿਆਂ ਹੀ ਉੱਥੋਂ ਵਾਪਸ ਚੱਲ ਪਏ ਹਨ। ਕਿਸ ਤਰ੍ਹਾਂ ਅਕਾਲ ਪੁਰਖ ਜੀ ਨਾਨਕ ਜੀ ਨੂੰ ਵਾਪਸ ਆਉਣ ਦਾ ਹੁਕਮ ਦਿੰਦੇ ਹਨ, ਇਹ ਵਿਚਾਰ ਆਪਾਂ ਕਥਾ 'ਚੋਂ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆਨ ਮੂਰਤ ਅਨੁਰਾਗ ਹਵੈ, ਗਾਵਤ ਆਸਾ ਰਾਗ। ਕਹਿਣ ਲੱਗੇ ਬੜੇ ਹੀ ਪਿਆਰ ਦੇ ਵਿੱਚ ਮਾਨੋ ਪਿਆਰ ਦੀ ਮੂਰਤੀ ਬਣ ਗਏ, ਜਿਵੇਂ ਖੁਦ ਪਿਆਰ ਹੀ ਗਾ ਰਿਹਾ ਹੋਵੇ, ਪ੍ਰੇਮ ਹੀ ਗਾ ਰਿਹਾ ਹੋਵੇ। ਅਨੁਰਾਗ ਕਹਿੰਦੇ ਆ ਪ੍ਰੇਮ ਨੂੰ। ਕਹਿੰਦੇ ਪ੍ਰੇਮ ਦੀ ਮੂਰਤੀ ਬਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਜੀ। ਸੋਦਰ ਸ਼ਬਦ ਉਚਾਰ ਕੇ ਬੰਦਤ ਹਵੈ ਅਸ਼ਟਾਂਗ। ਸੋਦਰ ਜੋ ਕਿ ਗੁਰਬਾਣੀ ਵਿੱਚ 3 ਵਾਰੀ ਲਿਖਿਆ ਗਿਆ, 3 ਵਾਰੀ ਉਚਾਰਨ ਕੀਤਾ ਗਿਆ। ਇਹ ਇੱਕ ਵਾਰੀ ਆਸਾ ਰਾਗ ਜੋ ਇਸ ਦਾ ਰਾਗ ਬਣਦਾ ਉਹਦੇ ਵਿੱਚ ਲਿਖਿਆ ਗਿਆ ਹੈ, ਇੱਕ ਵਾਰੀ ਜਪਜੀ ਸਾਹਿਬ ਵਿੱਚ ਤੇ ਇੱਕ ਵਾਰੀ ਰਹਿਰਾਸ ਸਾਹਿਬ ਦੇ ਵਿੱਚ ਦੱਸਦੇ ਆ। ਇੱਕ ਵਾਰੀ ਇਹ ਸ਼ਬਦ ਸੋਦਰ ਦਾ ਆਪਣੀ ਭੈਣ ਨਾਨਕੀ ਨੂੰ ਵੀ ਸੁਣਾਇਆ ਹੈ, ਤੇ ਇੱਕ ਵਾਰੀ ਇਹ ਅਕਾਲ ਪੁਰਖ ਦੇ ਸਾਹਮਣੇ ਵੀ ਉਚਾਰਨ ਕੀਤਾ ਹੈ। ਔਰ ਸੰਗਤ ਨੂੰ ਪਾਤਸ਼ਾਹ ਜੀ ਨੇ ਜੋ ਨਿਤਨੇ ਬਣਾ ਕੇ ਦਿੱਤਾ ਸੀਗਾ, ਉਹਦੇ ਵਿੱਚ ਵੀ ਪਹਿਲਾਂ ਜਿਹੜੀ ਸਾਡੀ ਰਹਿਰਾਸ ਹੁੰਦੀ ਸੀ ਉਹਦੇ ਵਿੱਚ ਵੀ ਇਹ ਸੋਦਰ ਦੀ ਪੌੜੀ ਪਾਈ ਗਈ, ਤੇ ਨਿਤਨੇਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੇ ਵਿੱਚ ਵੀ ਇਹ ਪੌੜੀ ਜ਼ਰੂਰ ਪਾਈ ਆ। ਇਹ ਪਰਮੇਸ਼ਰ ਦੀ ਸਿਫਤ ਹੈ। ਖੈਰ ਸੋਦਰ ਦਾ ਸ਼ਬਦ ਉਚਾਰਨ ਕਰਕੇ ਮਾਨੋ ਪਰਮੇਸ਼ਰ ਨੂੰ ਦੱਸਿਆ ਕਿ ਕਿਤਨੀ ਦੁਨੀਆ ਤੈਨੂੰ ਗਾ ਰਹੀ ਹੈ ਮਹਾਰਾਜ, ਤੂੰ ਇੰਨੀ ਦੁਨੀਆ ਨੂੰ ਕਿੱਥੇ ਬੈਠ ਕੇ ਸੰਭਾਲਦਾ। ਨਾਲ ਇਹ ਵੀ ਬੇਨਤੀ ਕਰਦੇ ਆ। ਇਹ ਸੁਣ ਕਰਕੇ ਅਕਾਲ ਪੁਰਖ ਜੀ ਕਹਿੰਦੇ ਬੜੇ ਖੁਸ਼ ਹੋਏ, ਮੁਸਕਰਾਏ, ਔਰ ਆਪ ਜੀ ਡੰਡੌਤ ਬੰਦਨਾ ਵਿੱਚ ਲੰਬੇ ਪੈ ਗਏ ਜੀ। ਸੋਰਠਾ ਅਖੰਡ ਮੰਡਲਾਕਾਰ, ਦਿਪਤ ਤੇਜ ਸਤਕੂਟ ਰਵ। ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਅਕਾਲ ਪੁਰਖ ਜੀ ਬੈਠੇ ਹਨ, ਉੱਥੇ ਕੋਈ ਸਰੀਰਕ ਰੂਪ ਨਹੀਂ ਹੈ, ਉਹ ਪ੍ਰਕਾਸ਼ਵਾਨ ਸਰੂਪ ਹੈ, ਅਖੰਡ ਸਦਾ ਰਹਿਣ ਵਾਲਾ। ਮੰਡਲਾਕਾਰ ਕਹਿੰਦੇ ਹਨ ਗੁਰੂ ਪਿਆਰਿਓ। ਜਿਸ ਤਰ੍ਹਾਂ ਮੰਡਲਾਕਾਰ ਦਾ ਮਤਲਬ ਹੈ ਜਿਹੜਾ ਕਿ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਕਰਨ ਵਾਲਾ। ਦਿਪਤ ਬੜਾ ਹੀ ਸੁੰਦਰ ਸਰੂਪ, ਦਿਵਿਆਵਾਨ ਤੇਜ, ਸ਼ਤਕੋਟ ਰਵ। ਸ਼ਤ ਕਹਿੰਦੇ ਆ ਹਜ਼ਾਰਾਂ, ਹਜ਼ਾਰਾਂ ਸੈਂਕੜੇ ਕਰੋੜਾਂ ਹੀ ਸੂਰਜਾਂ ਜਿੰਨਾ ਉੱਥੇ ਪ੍ਰਕਾਸ਼ ਹੈ। ਸਾਡੇ ਇੱਕ ਪ੍ਰਕਾਸ਼ ਹੁੰਦਾ ਧਰਤੀ ਦਾ, ਜੇਠ ਹਾੜ ਝੱਲਿਆ ਨਹੀਂ ਜਾਂਦਾ, ਉੱਥੇ ਇੰਨਾ ਪ੍ਰਕਾਸ਼ ਉਸ ਪਰਮੇਸ਼ਰ ਦਾ ਹੈ। ਪਰ ਉਹ ਪਰਮੇਸ਼ਰ ਦਾ ਜਿਹੜਾ ਪ੍ਰਕਾਸ਼ ਹੈ ਉਹ ਗਰਮ ਨਹੀਂ ਹੈ, ਉਹ ਸ਼ੀਤਲ ਹੈ, ਦੁਧੀਆ ਚਾਨਣ ਵਰਗਾ ਰੰਗ ਹੈ। ਕਹਿੰਦੇ ਉਸ ਜਗ੍ਹਾ ਦਾ ਜਿੱਥੇ ਗੁਰੂ ਨਾਨਕ ਦੇਵ ਜੀ ਉਹ ਪ੍ਰਕਾਸ਼ ਦੇ ਸਾਹਮਣੇ ਗਏ, ਔਰ ਇਸ ਤਰ੍ਹਾਂ ਉੱਥੇ ਕਰੋੜਾਂ ਸੂਰਜਾਂ ਦਾ ਕਹਿੰਦੇ ਪ੍ਰਕਾਸ਼ ਹੋ ਰਿਹਾ ਸੀ। ਕਾਨਕ ਤੜਤ ਚਮਕਾਰ, ਕੈਸੇ ਹੋਤ ਸਮਾਨ ਤਹਿ। ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਨਾਲ ਇਹ ਵੀ ਆਪਣੀ ਕਵਿਤਾ ਮੁਤਾਬਕ ਲਿਖਦੇ ਨੇ ਕਿ ਉਹ ਇੰਨਾ ਪ੍ਰਕਾਸ਼ ਹੈ ਜਿਸ ਦੇ ਬਰਾਬਰ ਦਾ ਦੁਨੀਆ ਵਿੱਚ ਮੈਂ ਕੀ ਦੱਸਾਂ, ਕੁਝ ਵੀ ਨਹੀਂ ਹੈ। ਕਰੋੜਾਂ ਹੀ ਬਿਜਲੀਆਂ ਚਮਕਦੀਆਂ ਹਨ, ਭਾਵ ਝਲਕਾਰੇ ਪੈਂਦੇ ਹਨ। ਚੌਪਈ ਮਹਿਮਾ ਸ੍ਰੀ ਅਕਾਲ ਸੁਨ ਕਾਨੇ, ਭੇ ਪ੍ਰਸੀਦ ਮੰਦ ਮੁਸਕਾਨੇ। ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਆਪਣੀ ਸਿਫਤ ਸੁਣ ਕਰਕੇ ਕਹਿੰਦੇ ਅਕਾਲ ਪੁਰਖ ਜੀ ਬੜੇ ਖੁਸ਼ ਹੋਏ, ਮੁਸਕਰਾ ਪਏ ਜੀ। ਸ੍ਰੀ ਮੁਖ ਤੇ ਪੁਨ ਗਿਰਾ ਉਚਾਰੀ, ਅਬ ਤੁਮ ਜਾਵੋ ਜਗਤ ਮਝਾਰੀ। ਔਰ ਫੇਰ ਹੁਕਮ ਹੋਇਆ, ਠੀਕ ਹੈ ਨਾਨਕ, ਹੁਣ ਤੂੰ ਏਦਾਂ ਕਰ,
ਵਾਪਸ ਸੰਸਾਰ ਦੇ ਵਿੱਚ ਜਾਣਾ ਕਰੋ ਜੀ। ਜਿਹ ਕਾਰਨ ਨਿਜ ਧਰਿਓ ਸਰੀਰਾ, ਕਰਹੁ ਕਾਜ ਭੰਜੋ ਭਵ ਪੀਰਾ। ਜਿਸ ਕੰਮ ਦੇ ਲਈ ਤੂੰ ਇਹ ਸਰੀਰ ਧਾਰਨ ਕੀਤਾ ਹੈ, ਤੂੰ ਜਾ ਕਰਕੇ ਉਹ ਕਾਰਜ ਪੂਰਾ ਕਰੋ ਔਰ ਸੰਸਾਰ ਦੀਆਂ ਪੀੜਾਂ ਨੂੰ ਦੂਰ ਕਰੋ, ਧਰਤੀ ਦੇ ਦੁੱਖਾਂ ਨੂੰ ਦੂਰ ਕਰੋ। ਕਿਉਂਕਿ ਜਿਸ ਵੇਲੇ ਨਾਨਕ ਜੀ ਨਹੀਂ ਸੀ ਆਏ ਤੇ ਧਰਤੀ ਦੀਆਂ ਪੁਕਾਰਾਂ ਅਕਾਲ ਪੁਰਖ ਦੇ ਕੋਲ ਗਈਆਂ ਸਨ, ਤਾਂ ਉਹਨਾਂ ਪੁਕਾਰਾਂ ਨੂੰ ਸੁਣ ਕਰਕੇ ਹੀ ਅਕਾਲ ਪੁਰਖ ਨੇ ਕਿਹਾ ਸੀਗਾ ਕਿ ਪਹਿਲਾਂ ਮੈਂ ਬਹੁਤ ਲੋਕ ਭੇਜੇ ਪਰ ਕਿਸੇ ਨੇ ਮੇਰੀ ਗੱਲ ਨਹੀਂ ਕੀਤੀ। ਦੁਨੀਆ ਵਿੱਚ ਜਾ ਕੇ ਜਿਨ੍ਹਾਂ ਜਿਨ੍ਹਾਂ ਨੂੰ ਭੇਜਿਆ, ਜਿਨ ਜਿਨ ਤਨਕ ਸਿੱਧੀ ਕੋ ਪਾਇਓ, ਤਿਨ ਤਨ ਆਪਣਾ ਰਾਹ ਚਲਾਇਓ। ਸਭ ਨੇ ਇੱਥੇ ਆ ਕੇ ਥੋੜ੍ਹੀ, ਜਿਸ ਤਰ੍ਹਾਂ ਕਹਿੰਦੇ ਚੂਹੇ ਨੂੰ ਗੰਢੀ ਮਿਲ ਜਾਵੇ ਹਲਦੀ ਦੀ, ਤੇ ਉਹ ਕਹਿੰਦਾ ਮੈਂ ਹੀ ਪੰਸਾਰੀ ਹਾਂ। ਪਹਿਲੇ ਜਬ ਹਮ ਸ਼੍ਰਿਸ਼ਟ ਬਣਾਈ, ਦਇਤ ਰਚ ਦੀਏ ਦੁਖਦਾਈ, ਤੇਸਾ ਬਲ ਭੁਜਾ ਉਰਜਾਏ ਬਾਹੂ ਬਲ। ਜਿਵੇਂ ਪੁਰਾਣੇ ਸਮਿਆਂ ਦੀਆਂ ਦੈਂਤਾਂ ਦੀਆਂ ਕਹਾਣੀਆਂ ਦੱਸੀਆਂ ਜਾਂਦੀਆਂ, ਬੜੀ ਤਾਕਤ ਹੁੰਦੀ ਸੀ, ਉਹਦਾ ਹੰਕਾਰ ਹੋ ਗਿਆ। ਤੇ ਹਮ ਤਣਕ ਤਮਕਮੋਂ ਖਾਪੇ, ਮੈਂ ਗੁੱਸਾ ਕੀਤਾ ਤੇ ਉਹਨਾਂ ਨੂੰ ਖਤਮ ਕਰ ਦਿੱਤਾ। ਤੇ ਫਿਰ ਤਿਨਕੀ ਠੌਰ ਦੇਵਤਾ ਥਾਪੇ, ਫਿਰ ਉਸ ਤੋਂ ਬਾਅਦ ਮਨੁੱਖ ਭੇਜੇ, ਫਿਰ ਗੋਰਖਨਾਥ ਵਰਗੇ ਆਏ, ਮੁਹੰਮਦ ਵਰਗੇ ਆਏ, ਜਿੰਨੇ ਵੀ ਦੁਨੀਆ ਵਿੱਚ ਭੇਜੇ, ਕਿਸੇ ਨੇ ਜਾ ਕੇ ਮੇਰੀ ਗੱਲ ਨਹੀਂ ਕੀਤੀ। ਹੁਣ ਮੈਂ ਖੁਦ ਹੀ ਆਵਾਂਗਾ। ਤੇ ਇਹੀ ਗੱਲ ਅਕਾਲ ਪੁਰਖ ਜੀ ਦੁਸ਼ਟ ਦਮਨ ਨੂੰ ਕਹਿੰਦੇ ਆ, ਦੁਸ਼ਟ ਦਮਨ ਹੁਣ ਤੈਨੂੰ ਹੀ ਜਾਣਾ ਪੈਣਾ, ਕਿਉਂਕਿ ਜਿੰਨੇ ਮੈਂ ਭੇਜੇ ਆ ਉਹਨਾਂ ਨੇ ਆਪਦੀਆਂ ਡਫਲੀਆਂ ਵਜਾਈਆਂ। ਜਿਨ ਜਿਨ ਤਣਕ ਸਿੱਧੀ ਕੋ ਪਾਇਓ, ਤਿਨ ਤਨ ਆਪਣਾ ਰਾਹ ਚਲਾਇਓ। ਤੋ ਪਹਿਲਾ ਸਰੂਪ ਆਪ ਨਰੈਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ। ਆਪ ਆਏ ਅਕਾਲ ਪੁਰਖ ਨਾਨਕ ਬਣ ਕੇ। ਤੇ ਪਰ ਇੱਥੇ ਹੁਣ ਦੋ ਸਰੂਪ ਹੋ ਗਏ, ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਫਿਰ ਜਾਪ। ਤੋ ਨਿਰਗੁਣ ਪਰਮੇਸ਼ਰ ਹੈ ਤੇ ਸਰਗੁਣ ਨਾਨਕ ਜੀ ਦੇ ਰੂਪ ਵਿੱਚ ਹੈ। ਅੰਦਰਲਾ ਮਾਨੋ ਨਿਰਗੁਣ ਸਰੂਪ ਸਰਗੁਣ ਨੂੰ ਹੁਕਮ ਦਿੰਦਾ ਹੈ ਕਿ ਜਾਓ, ਹੁਣ ਜਿਸ ਕੰਮ ਦੇ ਲਈ ਸਰੀਰ ਧਾਰਨ ਕੀਤਾ ਹੈ ਉਹ ਕੰਮ ਪੂਰਾ ਕਰੋ ਜੀ। ਸਿੱਖੀ ਰੀਤ ਪ੍ਰਕਾਸ਼ ਹੈ ਜਬ ਹੀ, ਆਵੋ ਨਿਕਟ ਹਮਾਰੇ ਤਬ ਹੀ। ਤੇ ਜਦੋਂ ਸੰਸਾਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਤੇ ਸਿੱਖੀ ਦੀ ਰੀਤ ਜਦੋਂ ਚੰਗੀ ਤਰ੍ਹਾਂ ਪ੍ਰਕਾਸ਼ ਹੋ ਗਈ, ਭਾਵ ਜੋ ਖਾਲਸਾ ਹੈ ਇਸ ਦੀ ਵੀ ਬਿਉਂਤਬੰਦੀ ਸ਼ੁਰੂ ਤੋਂ ਹੀ ਬਣੀ ਹੋਈ ਆ। ਜਦੋਂ ਇਹ ਸਿੱਖੀ ਦੀ ਰੀਤ ਸਹੀ ਚੱਲ ਪਈ, ਫਿਰ ਤੋਂ ਮੇਰੇ ਕੋਲ ਆ ਜਾਈ ਜੀ। ਕਰਤ ਕੋ ਕਰਮ ਸਰਬ ਨਿਰਵਾਰੂ, ਦੰਭਨ ਅਨੇਕਨ ਦੂਰ ਬਿਦਾਰੂ। ਔਰ ਜੋ ਦੁਨੀਆ ਵਿੱਚ ਕੁਕਰਮ ਹੋ ਰਹੇ ਹੈ, ਮਾੜੇ ਕਰਮ ਹੋ ਰਹੇ ਹਨ, ਪਖੰਡਬਾਜ਼ੀ ਚੱਲ ਰਹੀ ਹੈ, ਇਹਨਾਂ ਨੂੰ ਦੂਰ ਬਿਦਾਰੋ, ਦੂਰ ਭਜਾ ਦਿਓ, ਭਾਵ ਦੁਨੀਆ ਚੋਂ ਖਤਮ ਕਰੋ ਜੀ। ਸਤਨਾਮ ਕੋ ਕਰ ਉਪਦੇਸ਼ਾ, ਧਰਨੀ ਕੋ ਸਭ ਹਰਹੁ ਕਲੇਸ਼ਾ। ਔਰ ਸਭ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਧਰਤੀ ਦਾ ਭਾਰ ਦੂਰ ਕਰੋ, ਕਲੇਸ਼ ਦੁੱਖ ਦੂਰ ਕਰੋ ਜੀ। ਸੁਨ ਕਰ ਸ੍ਰੀ ਅਕਾਲ ਕੇ ਬਚਨਾ, ਬੰਦੇ ਚਰਨ ਬਿਨੈ ਕਰ ਰਚਨਾ। ਇਸ ਤਰ੍ਹਾਂ ਅਕਾਲ ਪੁਰਖ ਜੀ ਦੇ ਬਚਨ ਸੁਣ ਕਰਕੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ। ਸਾਡੀ ਜਗਤ ਕੀ ਦਿਸ਼ ਗਤ ਦਾਈ, ਦੀਨਨ ਬੰਦ ਦਇਆਲ ਗੁਸਾਈ। ਇਸ ਤਰ੍ਹਾਂ ਦੀਨਨ ਬੰਦ, ਗਰੀਬਾਂ ਦੇ ਸੰਬੰਧੀ, ਦਿਆਲੂ ਕਿਰਪਾਲੂ ਗੁਸਾਈ, ਮਾਲਕ ਸ੍ਰਿਸ਼ਟੀ ਦੇ ਗੁਰੂ ਰੂਪ ਗੁਰੂ ਨਾਨਕ ਦੇਵ ਜੀ ਪਿੱਛੇ ਮੁੜੇ ਹਨ। ਹਰਿਓ ਦੇਹ ਜਿਨ ਦੁਤੀ ਨ ਕਾਰਨ, ਕੇਵਲ ਮਾਨਵ ਦੁਖੀਨ ਤਾਰਨ। ਔਰ ਜਿਨ੍ਹਾਂ ਨੇ ਸਰੀਰ ਧਾਰਨ ਕੀਤਾ, ਜਿਨ੍ਹਾਂ ਦਾ ਹੋਰ ਕੋਈ ਕੰਮ ਨਹੀਂ, ਕੇਵਲ ਤੇ ਕੇਵਲ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨਾ ਹੈ, ਇਸੇ ਕੰਮ ਲਈ ਸਰੀਰ ਧਾਰਨ ਕੀਤਾ, ਹੋਰ ਦੂਸਰਾ ਕੋਈ ਕਾਰਨ ਨਹੀਂ। ਜਿਵੇਂ ਦਸਵੇਂ ਪ੍ਰੀਤਮ ਵੀ ਆਪਣੇ ਬਚਨਾਂ ਵਿੱਚ ਲਿਖਦੇ ਹਨ, ਸਮਝ ਲਿਓ ਸਾਧੂ ਸਾ ਮਨਮੰ, ਯਾਹੀ ਕਾਜ ਧਰਹਮ ਜਨਮੰ। ਧਰਮ ਚਲਾਵਣ ਸ਼ਾਂਤੀ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਧਰਮ ਨੂੰ ਚਲਾਉਣ ਲਈ, ਸੰਤਾਂ ਨੂੰ ਉੱਚੇ ਚੁੱਕਣ ਲਈ ਤੇ ਦੁਸ਼ਟਾਂ ਦੀਆਂ ਜ਼ੁਲਮ ਦੀਆਂ ਜੜ੍ਹਾਂ ਪੱਟਣ ਲਈ ਮੈਂ ਆਉਣਾ ਕੀਤਾ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਉਸ ਪਰਮੇਸ਼ਰ ਦਾ ਦਾਸ ਹਾਂ ਔਰ ਸੰਸਾਰ ਦਾ ਤਮਾਸ਼ਾ ਦੇਖਣ ਲਈ ਆਇਆ ਹਾਂ। ਇਹੀ ਕੰਮ ਪਹਿਲੇ ਜਾਮੇ ਦਾ ਹੈ। ਜੇ ਨਰ ਤਿਨ ਕੇ ਬਚਨ ਨ ਮਾਹੀ, ਚਲਤ ਸਦਾ ਤਿਨ ਜਮ ਭੈ ਨਾਹੀ। ਔਰ ਮੈਂ ਅੱਜ ਫਿਰ ਬੇਨਤੀ ਕਰਦਾ ਕਿ ਜਿਹੜਾ ਗੁਰੂ ਨਾਨਕ ਜੀ ਦੇ ਬਚਨਾਂ ਤੇ ਚੱਲੇਗਾ ਉਹਨੂੰ ਜਮਾਂ ਦਾ ਵੀ
ਕੋਈ ਭੈ ਨਹੀਂ ਵਿਆਪੇਗਾ। ਜਿਉ 52 ਪਦ ਪੰਕਜ ਬਾਰਾ ਜਗਤ ਬਿਥਾਰੀ ਸੁਰ ਸਰ ਧਾਰਾ। ਕਹਿਣ ਲੱਗੇ ਮਾਤ ਲੋਕ ਦੇ ਵਿੱਚ, ਸੰਸਾਰ ਦੇ ਵਿੱਚ ਜਿਹੜੀ ਹੈ ਗੰਗਾ ਚੱਲਦੀ ਹੈ। ਹੁਣ ਗੰਗਾ ਜਿਹੜੀ ਆ ਉਹ ਕਿਤੇ ਕਿਤੇ ਹੈ। ਜਿਸ ਤਰ੍ਹਾਂ 52 ਬੌਣੇ ਰੂਪ ਦੇ ਵਿੱਚ ਪਰਮੇਸ਼ਰ ਨੇ ਇੱਕ ਅਵਤਾਰ ਲਿਆ ਸੀ, ਬਲ ਰਾਜੇ ਦਾ ਹੰਕਾਰ ਦੂਰ ਕਰਨ ਲਈ ਸਾਰੀ ਧਰਤੀ ਮਿੰਟੀ ਸੀ ਆਪਣੇ ਪੈਰਾਂ ਦੇ ਨਾਲ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਸਾਰੀ ਧਰਤੀ ਤੇ ਪਾਏ 4 ਉਦਾਸੀਆਂ ਕਰਕੇ, ਔਰ ਨਾਮ ਦੀ ਗੰਗਾ ਦੀ ਧਾਰ ਦੁਨੀਆ ਵਿੱਚ ਇਉਂ ਚਲਾਈ ਜੀ। ਤਿਉ ਸ੍ਰੀ ਨਾਨਕ ਉੱਤਮ ਬਾਣੀ ਭਵ ਸਭ ਵਿਸਤਾਰੀ ਗੁਣ ਖਾਨੀ। ਹੁਣ ਉਹ ਗੰਗਾ ਦੀ ਗੱਲ ਕਰੀਏ ਜਿਸ ਨੂੰ ਸੰਸਾਰ ਗੰਗਾ ਨਦੀ ਨੂੰ ਇੱਕ ਬੜੀ ਮਹਾਨਤਾ ਦਿੰਦੀ ਹੈ। ਬਈ ਗੰਗਾ ਨਦੀ ਵਿੱਚ ਇਸ਼ਨਾਨ ਕਰਿਆ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ। ਉਹ ਗੰਗਾ ਨਦੀ ਜਿਹੜੀ ਹੈ ਉਹ ਕਿਤੇ ਕਿਤੇ ਹੈ, ਪਰ ਭਗਤੀ ਦੀ ਗੰਗਾ ਨਾਮ ਦੀ ਗੰਗਾ ਜਿਹੜੀ ਹੈ ਇਹ ਸਾਰੇ ਥਾਵਾਂ ਤੇ ਇਉਂ ਚਲਦੀ ਹੈ। ਇਹ ਮਹਿ ਥੂਲ ਸਰੀਰ ਸੋ ਮੱਜਹਿ ਪਾਪ ਕਮਾਤੇ ਸਭ ਹੀ ਭੱਜਹਿ। ਉਸ ਪਾਣੀ ਵਾਲੀ ਗੰਗਾ ਦੇ ਵਿੱਚ ਗੁਰੂ ਪਿਆਰਿਓ ਕੇਵਲ ਤੇ ਕੇਵਲ ਸਥੂਲ ਸਰੀਰ ਦਾ ਇਸ਼ਨਾਨ ਕਰਵਾਇਆ ਜਾ ਸਕਦਾ ਹੈ। ਅਸਥੂਲ ਸਰੀਰ ਦੀ ਗਰਮੀ ਦੂਰ ਕੀਤੀ ਜਾ ਸਕਦੀ ਹੈ। ਪਰ ਇਹ ਬਾਬੇ ਨਾਨਕ ਦੀ ਜਿਹੜੀ ਗੰਗਾ ਹੈ ਇਹਦੇ ਵਿੱਚ ਅਸੀਂ ਅੰਦਰਲੇ ਪਾਪਾਂ ਦਾ ਵੀ ਖਾਤਮਾ ਕਰ ਸਕਦੇ ਹਾਂ। ਇਸ ਮਹਿ ਸੂਖਮ ਮਨ ਇਸ਼ਨਾਨਾ ਕਰਹਿ ਜੇ ਨਰ ਤਿਨ ਕੋ ਗਤ ਪਾਨਾ। ਤੋ ਇਹ ਹੈ ਗੁਰੂ ਨਾਨਕ ਦੀ ਗੰਗਾ ਚਲਾਈ ਹੋਈ ਭਗਤੀ ਦੀ ਗੰਗਾ, ਭਗਤੀ ਦੀ ਲਹਿਰ। ਇਹਦੇ ਵਿੱਚ ਜੇ ਕੋਈ ਇਸ਼ਨਾਨ ਕਰ ਲਵੇ ਉਹਦੀ ਆਤਮਾ ਦੇ ਸੂਖਮ ਤੋਂ ਸੂਖਮ ਮੈਲਾਂ ਵੀ ਦੂਰ ਹੋ ਜਾਂਦੀਆਂ ਹਨ। ਉਹ ਇੱਕ ਥਲ ਇਹ ਸਭ ਥਲ ਮਾਹੀ ਸਭ ਵਿਦ ਸੁਗਮ ਅਗਮ ਕਛ ਨਾਹੀ। ਉਹ ਗੰਗਾ ਇੱਕ ਥਾਂ ਤੇ ਆ, ਭਾਵ ਜਿੱਥੋਂ ਜਿੱਥੋਂ ਨਦੀ ਵਗਦੀ ਉੱਥੇ ਉੱਥੇ ਹੀ ਹੈ। ਪਰ ਇਹ ਨਾਨਕ ਦੀ ਗੰਗਾ ਜਿਹੜੀ ਹੈ ਇਹ ਤਾਂ ਅੱਜ ਆਲ ਵਰਲਡ ਵਿੱਚ ਫੈਲ ਚੁੱਕੀ ਆ। ਉਹ ਗੰਗਾ ਨਦੀ ਕੁਝ ਥਾਵਾਂ ਵਿੱਚੋਂ ਲੰਘਦੀ ਹੈ, ਜਿਹੜੇ ਉਹਦੇ ਨੇੜੇ ਵਸਦੇ ਹੈ ਜਾਂ ਜਿਹੜੇ ਦੂਰੋਂ ਆ ਕੇ ਉਹਦੇ ਕੋਲ ਜਾ ਕੇ ਇਸ਼ਨਾਨ ਕਰਦੇ ਆ। ਪਰ ਗੁਰੂ ਨਾਨਕ ਦੀ ਗੰਗਾ ਤਾਂ ਘਰ ਘਰ ਦੇ ਵਿੱਚ ਪਹੁੰਚ ਗਈ ਹੈ। ਜੇ ਕੋਈ ਇਸ ਭਗਤੀ ਦੀ ਗੰਗਾ ਵਿੱਚ ਇਸ਼ਨਾਨ ਕਰੇ। ਪੜਤ ਸੁਨਤ ਗਤ ਦੇਤ ਸੁਖਾਰੀ ਜੀ ਨਾ ਕਮਾਵਹਿ ਜਗ ਭਵਹਾਰੀ। ਇਸ ਪਵਿੱਤਰ ਬਾਣੀ ਦੀ ਗੰਗਾ ਨੂੰ, ਗੁਰੂ ਨਾਨਕ ਦੀ ਇਸ ਨਾਮ ਦੀ ਗੰਗਾ ਨੂੰ, ਸਤ ਸੰਗਤ ਨੂੰ ਜੇ ਕੋਈ ਪੜਨ ਵਾਲਾ, ਸੁਣਨ ਵਾਲਾ ਔਰ ਕਮਾਉਣ ਵਾਲਾ ਹੋਵੇ ਤਾਂ ਉਹਦੇ ਭਵ ਸਾਗਰ ਦੇ ਦੁੱਖ ਕੱਟੇ ਜਾਂਦੇ ਹਨ, ਜੰਮਣਾ ਮਰਨਾ ਕੱਟਿਆ ਜਾਂਦਾ ਹੈ। ਕਿਉਂਕਿ ਗੱਲ ਕਮਾਈ ਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ ਦੇ ਮਹਾਵਾਕਾਂ ਅਨੁਸਾਰ। ਦੋਹਰਾ ਸਤ ਸੰਗਤ ਸ਼ੁਭ ਘਾਟ ਤੇ ਨਿਤ ਕਰੋ ਇਸ਼ਨਾਨ। ਹੁਣ ਉਸ ਗੰਗਾ ਨਦੀ ਦੇ ਵਿੱਚ ਵੜਨ ਵਾਸਤੇ ਕੋਈ ਇੱਕ ਸਮਤਲ ਥਾਂ ਬਣਾਇਆ ਜਾਂਦਾ, ਪਲੇਨ ਜਿਹਾ ਕਰਕੇ ਉਹਦੇ ਵਿੱਚ ਵੜਨ ਵਾਸਤੇ। ਉਹਨੂੰ ਕਹਿੰਦੇ ਆ ਘਾਟ, ਕਿਉਂਕਿ ਹਰੇਕ ਥਾਂ ਤੋਂ ਨਦੀ ਵਿੱਚ ਵੜਿਆ ਨਹੀਂ ਜਾ ਸਕਦਾ। ਉੱਚਾ ਥਾਂ ਹੁੰਦਾ ਸਾਈਡਾਂ ਤੋਂ, ਪਰ ਕਿਤੇ ਕਿਤੇ ਰਸਤੇ ਬਣਾਏ ਹੁੰਦੇ ਆ, ਪਤਲੇ ਕਰਕੇ ਪਲੇਨ ਕਰਕੇ ਘਾਟ ਬਣਾਏ ਹੁੰਦੇ ਆ। ਉਹਦੇ ਵਿੱਚ ਵੜਿਆ ਜਾ ਸਕਦਾ ਘਾਟ ਦੇ ਰਾਹੀਂ, ਤੇ ਗੁਰੂ ਨਾਨਕ ਦੀ ਨਦੀ ਵਿੱਚ ਵੜਿਆ ਜਾ ਸਕਦਾ ਹੈ ਸਤ ਸੰਗਤ ਦੇ ਰਾਹੀਂ। ਇਹ ਸੰਗਤ ਜਿਹੜੀ ਹੈ ਇਹ ਮਾਨੋ ਇਸ ਭਗਤੀ ਵਿੱਚ ਪ੍ਰਵੇਸ਼ ਕਰਨ ਲਈ ਰਸਤਾ ਬਣਾਇਆ ਜੀ। ਕਵੀ ਸੰਤੋਖ ਸਿੰਘ ਬੰਦ ਦਵੈ ਨਮੋ ਨਮੋ ਗੁਣ ਖਾਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਨੇ ਇਹ ਸਾਰੀ ਪਵਿੱਤਰ ਇਤਿਹਾਸ ਦੀ ਰਚਨਾ ਜਿਹੜੀ ਹੈ ਆਪਣੀ ਛੰਦਾਬੰਦੀ ਦੇ ਵਿੱਚ ਕਰਨੀ ਕੀਤੀ ਹੈ, ਦੋਹਰਿਆਂ ਆਦਿ ਦੇ ਵਿੱਚ ਕਰਨੀ ਕੀਤੀ ਹੈ। ਇਹ ਭਾਈ ਸੰਤੋਖ ਸਿੰਘ ਕਵੀ ਜਿਹੜਾ ਹੈ ਉਹਨਾਂ ਨੂੰ ਨਮਸਕਾਰ ਕਰਦਾ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰੰਥੇ ਪੂਰਵਾਰ ਦੇ ਸ੍ਰੀ ਅਕਾਲ ਪੁਰਖ ਪ੍ਰਸੰਗ ਵਰਣਨ। ਇਉਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਇਹ ਸੀ ਪੂਰਬ ਅਰਧ, ਭਾਵ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕਥਾ ਜਿਹੜੀ ਹੈ 2 ਪੋਥੀਆਂ ਵਿੱਚ, ਇੱਕ ਪੂਰਬ ਅਰਧ ਇੱਕ ਉੱਤਰਾਰਧ। ਇੱਕ ਪਹਿਲੀ ਪੋਥੀ ਜਿਸ ਨੂੰ ਅਸੀਂ ਪੂਰਬਾਰਧ ਕਹਿੰਦੇ ਹਾਂ ਉਹ ਸੰਪੂਰਨ ਹੋਈ, ਔਰ ਸੱਚਖੰਡ ਵਿੱਚ ਜਾ ਕਰਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਕਾਲ ਪੁਰਖ ਨੂੰ ਸਾਰੀ ਰਿਪੋਰਟ ਦੇ ਕਰਕੇ ਉੱਥੋਂ ਵਾਪਸ ਮੁੜੇ ਹਨ। ਔਰ ਵਾਪਸ ਆ ਕਰਕੇ
ਧਰੂਪ ਭਗਤ ਹੋਰਾਂ ਦੇ ਕੋਲ ਆਉਂਦੇ ਆ, ਜਿੱਥੇ ਭਾਈ ਮਰਦਾਨਾ ਜੀ ਹੋਰੇ ਬੈਠੇ ਹਨ। ਆਓ ਇਸ ਕਥਾ ਨੂੰ ਦੂਸਰੇ ਭਾਗ ਦੇ ਵਿੱਚੋਂ ਆਰੰਭ ਕਰੀਏ ਜੀ ਦੋਹਰਾ। ਸ੍ਰੀ ਗੁਰ ਬਚਨ ਸੋ ਚੂਰਨੰ ਖਾਏ ਕਮਾਏ ਜਾਹੇ, ਉਦਰ ਰੋਗ ਹਉ ਮੈਂ ਹਰਿਓ ਨਮਸਕਾਰ ਮਮਤਾ ਹੈ। ਤੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਹਰ ਕਥਾ ਲਿਖਣ ਤੋਂ ਪਹਿਲਾਂ ਇੱਕ ਮੰਗਲਾਚਰਨ ਕਰਦੇ ਹਨ। ਇਸ ਮੰਗਲਾਚਰਨ ਦੇ ਵਿੱਚ ਉਹ ਪਹਿਲਾਂ ਗੁਰੂ ਪਿਆਰਿਓ ਰਿਸ਼ੀਆਂ ਮੁਨੀਆਂ ਦਾ ਵੀ ਕਰਦੇ ਆ, ਸਭ ਤੋਂ ਪਹਿਲਾਂ ਪਰਮੇਸ਼ਰ ਦਾ ਕਰਦੇ ਆ, ਫਿਰ ਗੁਰੂ ਨਾਨਕ ਦੇਵ ਜੀ ਦਾ ਕਰਦੇ ਹਨ, ਔਰ ਫਿਰ ਦਸਾਂ ਗੁਰੂਆਂ ਦਾ ਮੰਗਲਾਚਰਨ ਵਾਰ-ਵਾਰ ਕਰਦੇ ਹਨ। ਇਸ ਤਰ੍ਹਾਂ ਇੱਥੇ ਗੁਰਬਾਣੀ ਦਾ ਮੰਗਲਾਚਰਨ ਕਰਦੇ ਹੈ। ਇਸ ਨਾਮ ਦੀ ਗੰਗਾ ਦਾ ਨਾਮ ਦੀ ਇਸ ਲਹਿਰ ਦਾ, ਭਗਤੀ ਲਹਿਰ ਦਾ ਜਿਹੜਾ ਵਰਣਨ ਕਰਦੇ ਹੋਏ ਕਹਿੰਦੇ ਹਨ, ਗੁਰੂ ਦੇ ਬਚਨ ਜਿਹੜੇ ਹਨ ਇਹ ਸਿੱਖੋ ਇੱਕ ਚੂਰਨ ਦੀ ਨਿਆਈ ਹੈ। ਜਿਸ ਤਰ੍ਹਾਂ ਪੇਟ ਵਿੱਚ ਦਰਦ ਹੋਵੇ ਤੇ ਚੂਰਨ ਖਾਂਦੇ ਆ, ਸਰੀਰ ਦੇ ਪੇਟ ਦੇ ਦਰਦ ਖਤਮ ਹੋ ਜਾਂਦੇ ਆ। ਇੱਕ ਮਨੁੱਖ ਦੇ ਅੰਦਰ ਦਰਦ ਹੁੰਦਾ ਹੰਕਾਰ ਦਾ, ਹੰਕਾਰੀ ਨੂੰ ਹੁੰਦਾ ਹੈ ਉਹ। ਜਿਸ ਤਰ੍ਹਾਂ ਬਾਬੇ ਨਾਨਕ ਜੀ ਨੇ ਮਲਕ ਭਾਗੋ ਦੇ ਹੰਕਾਰ ਤੇ ਚੋਟ ਮਾਰੀ, ਵੀ ਤੇਰੇ ਪ੍ਰਸ਼ਾਦਿਆਂ ਵਿੱਚ ਖੂਨ ਹੈ। ਨਹੀਂ ਦਿਸਿਆ ਕਿਸੇ ਨੂੰ ਖੂਨ, ਦੇਸੀ ਘਿਓ ਦਿਖਾਈ ਦਿੰਦਾ ਸੀ ਆਮ ਜਨਤਾ ਨੂੰ। ਬਾਬੇ ਨਾਨਕ ਨੇ ਦੇਖ ਲਿਆ, ਸਕੈਨ ਕਰ ਲਿਆ, ਦਿਵ ਦ੍ਰਿਸ਼ਟੀ ਹੈ ਸਤਿਗੁਰੂ ਨਾਮ ਪਾਤਸ਼ਾਹ ਦੀ। ਤਾਂ ਜਦੋਂ ਇਹ ਕਿਹਾ ਕਿ ਮੈਂ ਨਹੀਂ ਤੇਰਾ ਪ੍ਰਸ਼ਾਦਾ ਖਾਣਾ, ਇਹ 'ਚ ਖੂਨ ਹੈ, ਤਾਂ ਮਲਕ ਭਾਗੋ ਕਹਿੰਦਾ ਕਿੱਥੇ ਹੈ ਖੂਨ ਵਿਖਾਓ। ਤਾਂ ਉਹਨਾਂ ਨੇ ਫੜ ਕੇ ਜਦ ਪੂੜੀਆਂ ਨੱਪੀਆਂ ਤੇ ਵਿੱਚੋਂ ਉਹਦੇ ਘਿਓ ਦੀ ਬਜਾਏ ਖੂਨ ਦੇ ਤੁਪਕੇ ਡਿੱਗੇ। ਭਾਈ ਲਾਲੋ ਦੀ ਪ੍ਰਸ਼ਾਦਾ ਕੋਲਦਾ ਬਾਜੇ ਰੋਟੀ ਨੱਪੀ ਤੇ ਉਹ 'ਚੋਂ ਦੁੱਧ ਦੇ ਤਪਕੇ ਨਿਕਲੇ ਜਦ, ਤੇ ਉਸ ਵੇਲੇ ਸਾਰੇ ਲੋਕ ਹੈਰਾਨ ਹੋ ਗਏ। ਮਲਕ ਭਾਗੋ ਨੇ ਮਾਫੀ ਨਹੀਂ ਮੰਗੀ, ਬਲਕਿ ਉਹਦੇ ਦਿਮਾਗ ਦੇ ਵਿੱਚ ਹੰਕਾਰ ਨੇ ਐਸਾ ਦਰਦ ਪੈਦਾ ਕਰ ਦਿੱਤਾ ਕਿ ਕਹਿੰਦਾ ਮੈਂ ਇਸ ਨਾਨਕ ਸਾਹ ਤੋਂ, ਇਸ ਤਪੇ ਤੋਂ ਬਦਲਾ ਲਊਂਗਾ। ਇਹਨੇ ਮੇਰੀ ਭਰੀ ਸਭਾ 'ਚ ਅੱਜ ਬੇਇੱਜ਼ਤੀ ਕਰ ਦਿੱਤੀ ਹੈ, ਪੂਰੀਆਂ 'ਚੋਂ ਖੂਨ ਕੱਢ ਕੇ। ਫਿਰ ਸਾਰੇ ਹੈਰਾਨ ਹੋਏ, ਪੁੱਛਦੇ ਵੀ ਖੂਨ ਆਇਆ ਕਿੱਥੋਂ ਮਹਾਰਾਜ, ਐਂ ਤਾਂ ਦੱਸੋ ਰੋਟੀ ਵਿੱਚ ਖੂਨ ਕਿਵੇਂ ਆ ਸਕਦਾ? ਕਹਿੰਦੇ ਆ ਸਕਦਾ ਹੈ। ਇਹ ਰੋਟੀ ਬਣੀ ਕਾਹਦੀ ਆ? ਕਹਿੰਦੇ ਜੀ ਕਣਕ ਦੀ ਬਣੀ ਆ, ਹੋਰ ਕਾਹਦੀ ਬਣੀ ਆ? ਪੂਰੀਆਂ ਬਣੀਆਂ, ਸਬਜ਼ੀ ਬਣੀ ਆ, ਦੇਸੀ ਘਿਓ 'ਚ ਬਣੀ ਹੈ। ਕਹਿੰਦੇ ਨਹੀਂ, ਹੋਰ ਬੈਕ ਜਾਓ, ਇਹ ਕਣਕ ਕਿੱਥੋਂ ਪੈਦਾ ਹੋਈ? ਮਹਾਰਾਜ ਖੇਤਾਂ 'ਚੋਂ, ਧਰਤੀ 'ਚੋਂ ਪੈਦਾ ਹੋਈ। ਕਹਿੰਦੇ ਨਹੀਂ, ਇਹ ਜਿਹੜਾ ਰਾਸ਼ਨ ਲਿਆਂਦਾ ਗਿਆ ਇਹ ਮਲਕ ਭਾਗੋ ਵਜ਼ੀਰ ਨੇ ਗਰੀਬਾਂ ਦਾ ਲਹੂ ਚੂਸਿਆ, ਮਹਿੰਗਾਈ ਵਧਾਈ ਆ, ਟੈਕਸ ਲਾਏ ਆ, ਰਿਸ਼ਵਤਾਂ ਲਈਆਂ, ਉਹ 2 ਨੰਬਰ ਦਾ ਪੈਸਾ ਇਕੱਠਾ ਕਰਕੇ ਉਹਨੇ ਰਾਸ਼ਨ ਲਿਆਂਦਾ। ਇਹ 2 ਨੰਬਰ ਦਾ ਪੈਸਾ ਜਿਹੜਾ ਗਰੀਬਾਂ ਦਾ ਖੂਨ ਚੂਸਿਆ ਸੀਗਾ, ਇਹ ਖੂਨ ਉਹ ਨਿਕਲ ਕੇ ਬਾਹਰ ਆਇਆ ਹੈ। ਇਸ ਕਰਕੇ ਇਹਦੀ ਕਮਾਈ ਚੰਗੀ ਨਹੀਂ। ਇਸੇ ਕਰਕੇ ਮਹਾਂਪੁਰਸ਼ ਜਣੇ ਖਣੇ ਤੋਂ ਪ੍ਰਸ਼ਾਦਾ ਨਹੀਂ ਛਕਦੇ, ਆਪਣਾ ਉੱਥੋਂ ਛਕਦੇ ਜਿੱਥੋਂ ਪਤਾ ਕਿ ਕਮਾਈ 1 ਨੰਬਰ ਦੀ ਹੈ, ਚੰਗਾ ਕਮਾਈ ਇਸ ਦੀ 2 ਦਸਾਂ ਨੌਹਾਂ ਦੀ ਕਿਰਤ ਹੈ, ਔਰ ਸਤਿਗੁਰਾਂ ਦਾ ਵੀ ਹੁਕਮ ਹੈ। ਤੇ ਉਹਦੀ ਥਾਲੀ ਛੱਡ ਕੇ ਖੜੇ ਹੋ ਕੇ ਸਤਿਗੁਰੂ ਨਾਨਕ ਦੇਵ ਜੀ ਘਰੇ ਚਲੇ ਗਏ। ਉਸ ਤੋਂ ਬਾਅਦ ਮਲਕ ਭਾਗੋ ਨੇ ਫਿਰ, ਮੈਂ ਕਰਦਾ ਹੰਕਾਰ ਦੀ ਗੱਲ, ਜੇ ਕਿਤੇ ਗੁਰੂ ਦੇ ਸ਼ਬਦ ਨੂੰ ਚੂਰਨ ਬਣਾ ਕੇ ਮੰਨ ਲੈਂਦਾ, ਉਹਨੂੰ ਇਹ ਹੰਕਾਰ ਦੁੱਖ ਨਾ ਦਿੰਦਾ, ਪਰ ਜਿੰਨਾ ਚ ਉਹਨੇ ਬਦਲਾ ਨਹੀਂ ਲਿਆ ਉਹ ਦੁਖੀ ਹੁੰਦਾ ਰਿਹਾ। ਹੋਇਆ ਕਿ ਇੱਕ ਵਾਰ ਕਹਿੰਦੇ ਜਿਸ ਰਾਜੇ ਦਾ ਇਹ ਵਜ਼ੀਰ ਸੀ ਮਲਕ ਭਾਗੋ, ਉਸ ਰਾਜੇ ਦਾ, ਪਠਾਨ ਰਾਜੇ ਦਾ ਪੁੱਤਰ ਬਿਮਾਰ ਸੀ, ਪਿਛਲੇ ਕਈ ਸਾਲਾਂ ਤੋਂ ਮੰਜੇ 'ਚ ਪਿਆ ਸੀਗਾ, ਸੁੱਕ ਕੇ ਤੀਲਾ ਹੋ ਗਿਆ ਸੀ, ਨਾ ਮਰਦਾ ਸੀ ਨਾ ਖੜਾ ਹੁੰਦਾ ਸੀ। ਇੱਕ ਦਿਨ ਕਿਤੇ ਮਲਕ ਭਾਗੋ ਦੇ ਕੋਲ ਉਸ ਪਠਾਨ ਰਾਜੇ ਨੇ ਗੱਲ ਚਲਾ ਲਈ, ਯਾਰ ਸਮਝ ਨਹੀਂ ਆਉਂਦੀ, ਮੁੰਡਾ ਠੀਕ ਨਹੀਂ ਹੋ ਰਿਹਾ, ਰਾਜਕੁਮਾਰ ਬਹੁਤ ਚਿਰ ਤੋਂ ਬਿਮਾਰ ਪਿਆ ਹੈ, ਕੋਈ ਬਿਮਾਰੀ ਕੋਈ ਦਵਾਈ ਦੱਸ। ਤਾਂ ਉਸ ਵੇਲੇ ਮਲਕ ਭਾਗੋ ਦੀ ਸੂਈ ਸਿੱਧੀ ਬਾਬੇ ਨਾਨਕ ਦੇ ਵੱਜੀ। ਹਜੇ ਬਾਬਾ ਨਾਨਕ ਜੀ ਲਾਲੋ ਦੇ ਕੋਲ ਹੀ ਸਨ, ਕੁਝ ਦਿਨ ਬਾਅਦ ਦੀ ਗੱਲ ਹੈ। ਔਰ ਜਦ ਪਾਤਸ਼ਾਹ ਧਿਆਨ ਗਿਆ ਤੇ ਮਲਕ ਭਾਗੋ ਕਹਿੰਦਾ ਜੀ ਕੋਈ ਸਾਧ ਫੜੋ, ਇਹਨੂੰ ਜਿਹੜਾ ਰੋਗ ਹੈ ਇਹ ਕੋਈ ਸਾਧ ਠੀਕ ਕਰ ਸਕਦਾ। ਕਹਿੰਦੇ ਉਹ ਲੱਗਿਆ, ਬਹੁਤ ਪੀਰ ਫਕੀਰ ਬਣਾ ਲਏ, ਬੜੀਆਂ ਸੀਰਨੀਆਂ ਦੇਤੀਆਂ, ਬੜੇ ਦੇਗਾਂ ਦੇਤੀਆਂ, ਬੜੇ ਪ੍ਰਸ਼ਾਦ ਚੜਾਤੇ, ਬੜੀਆਂ ਚਾਦਰਾਂ ਚੜਾਤੀਆਂ ਮੈਂ ਤਾਂ ਕਬਰਾਂ ਤੇ, ਪਰ ਕੋਈ ਗੱਲ ਨਹੀਂ ਬਣੀ। ਕਹਿੰਦਾ ਜੀ ਮੈਂ ਦੱਸਦਾ ਇੱਕ ਸਾਧ। ਕਹਿੰਦੇ ਤੂੰ ਦੱਸ ਦੇ ਕਿਹੜਾ ਹੈ? ਕਹਿੰਦੇ ਇੱਕ ਤਾਪਾ ਆਇਆ ਇੱਥੇ ਭਾਈ ਲਾਲੋ ਤਰਖਾਨ ਦੇ ਘਰੇ ਕਈ ਦਿਨਾਂ ਤੋਂ ਰਹਿ ਰਿਹਾ ਹੈ, ਉਹਦੇ 'ਚ ਬੜੀ ਤਾਕਤ ਹੈ, ਉਹ ਤੁਹਾਡੇ ਮੁੰਡੇ ਨੂੰ ਠੀਕ ਕਰ ਸਕਦਾ ਹੈ, ਪਰ ਮੈਨੂੰ 100% ਪਤਾ ਵੀ ਉਹਨੇ ਠੀਕ ਕਰਨਾ ਨਹੀਂਗਾ, ਜਵਾਬ ਦੇ ਦੇਣਾ। ਤੇ ਜੇ ਉਸਨੇ ਦੇ ਦਿੱਤਾ ਨਾ ਜਵਾਬ ਤੁਹਾਨੂੰ, ਤੇ ਤੁਸੀਂ ਜਿਹੜਾ ਹੈ ਉਸ ਨੂੰ ਕੈਦ ਕਰ ਦਿਓ, ਸਜ਼ਾ ਦਿਓ। ਫਿਰ
ਹੁਣ ਜਿਹੋ ਜਿਹਾ ਕਿਸੇ ਨੂੰ ਸਿਖਾਵਾਂਗੇ ਉਹਦੇ ਅੰਦਰ ਉਹੋ ਜਿਹੀ ਸਿੱਖਿਆ ਪੈਦਾ ਹੋ ਜਾਂਦੀ ਹੈ। ਜੇ ਚੱਜ ਨਾਲ ਸਮਝਾਉਂਦਾ ਤੇ ਉਸ ਢੰਗ ਨਾਲ ਮਿਲਦਾ। ਪਠਾਨ ਨੇ ਆਪਣੇ 2 ਬੰਦੇ ਭੇਜੇ, ਕਹਿੰਦੇ ਜਾਓ ਤਪੇ ਨੂੰ ਲੈ ਕੇ ਆਓ। ਬਾਬੇ ਨਾਨਕ ਨੂੰ ਲੈਣ ਵਾਸਤੇ ਲਾਲੋ ਦੇ ਘਰ ਆਏ। ਕਹਿੰਦੇ ਤਪਾ ਹੈਗਾ? ਲਾਲੋ ਕਹਿੰਦੇ ਹੈਗੇ ਆ। ਕੀ ਗੱਲ ਆ? ਇੰਨੇ ਬਾਬਾ ਨਾਨਕ ਜੀ ਵੀ ਅੰਦਰ ਉੱਠ ਕੇ ਬਾਹਰ ਆ ਗਏ ਦੁਕਾਨ 'ਚੋਂ। ਹਾਂ ਦੱਸੋ ਭਾਈ। ਕਹਿੰਦੇ ਤੁਹਾਨੂੰ ਰਾਜੇ ਪਠਾਨ ਨੇ ਸੱਦਿਆ। ਕਹਿੰਦੇ ਸਾਡਾ ਕੀ ਕੰਮ ਆ ਉਹਦੇ ਨਾਲ? ਕਹਿੰਦੇ ਉਹਨੇ ਸੱਦਿਆ, ਉਹਦਾ ਮੁੰਡਾ ਬਿਮਾਰ ਪਿਆ, ਉਹ ਠੀਕ ਕਰੋ ਚੱਲ ਕੇ। ਕਹਿੰਦੇ ਮੈਂ ਨਹੀਂ ਜਾਂਦਾ ਗਾ, ਮੇਰਾ ਰਾਜੇ ਨਾਲ ਕੋਈ ਕੰਮ ਨਹੀਂ ਹੈਗਾ। ਬਾਬਾ ਨਾਨਕ ਚਾਹੁੰਦਾ ਸੀ ਵੀ ਉੱਦਾਂ ਦੀ ਲੋਤੀ ਲਾਈ ਹੋਣੀ ਹੈ ਮਲਕ ਭਾਗੋ ਨੇ। ਉਹ ਜਾ ਕੇ ਉਹਨਾਂ ਨੇ ਹੋਰ ਵਧਾ ਚੜਾ ਗੱਲਾਂ ਕਰਤੀਆਂ। ਕਹਿੰਦੇ ਜੀ ਉਹ ਤਾਂ ਕਹਿੰਦਾ ਮੈਂ ਜਾਣਦਾ ਨਹੀਂ, ਮੈਂ ਨਹੀਂ ਜਾਂਦਾ ਗਾ। ਉਹ ਰਾਜਾ ਪਠਾਨ ਵੀ ਸਮਝ ਗਿਆ ਵੀ ਵਾਕਿਆ ਹੀ ਇਹ ਇੱਦਾਂ ਦਾ ਹੋਣਾ। ਅਤੇ ਉਹਨੇ 5-7-10 ਬੰਦੇ ਭੇਜਤੇ। ਕਹਿੰਦੇ ਉਹਨੂੰ ਫੜ ਕੇ ਲਿਓ। 5-7 ਬੰਦੇ ਆ ਕੇ ਕਹਿਣ ਲੱਗੇ ਨਾਨਕ ਚੜ ਨਾਲ ਚੱਲ, ਨਹੀਂ ਤੈਨੂੰ ਫੜ ਕੇ ਲੈ ਜਾਵਾਂਗੇ। ਬਾਬਾ ਕਹਿੰਦੇ ਫੜ ਕੇ ਲਿਜਾਣ ਨੂੰ ਕੀ ਆ, ਮੈਂ ਉੱਦਾਂ ਹੀ ਚੱਲ ਵੜਦਾ। ਕਹਿੰਦੇ ਚੱਲ ਫਿਰ। ਨਾਨਕ ਜੀ ਨਾਲ ਤੁਰ ਪਏ। ਪਠਾਨ ਦੇ ਘਰ ਗਏ ਜਿੱਥੇ ਉਹ ਸਭਾ ਲਾ ਕੇ ਬੈਠਾ, ਵਿੱਚੇ ਮਲਕ ਭਾਗੋ ਵੀ ਬੈਠਾ ਔਰ ਗੁਰੂ ਪਿਆਰੋ ਪਿੱਛੇ ਪਿੱਛੇ ਭਾਈ ਲਾਲੋ ਵੀ ਤੁਰਿਆ ਜਾਂਦਾ। ਪਠਾਨ ਦੇ ਘਰ ਜਦ ਪਹੁੰਚੇ ਤਾਂ ਪਠਾਨ ਨੂੰ ਪੁੱਛਦੇ ਆ, ਹਾਂ ਵੀ ਰਾਜਾ ਸਾਹਿਬ ਕਿਵੇਂ ਸੱਦਿਆ? ਅੱਗੋਂ ਉਹਦੀ ਬੋਲਬਾਣੀ ਦੇਖ ਲਓ। ਕਹਿਣ ਲੱਗਿਆ ਨਾਨਕ ਤਪੇ ਮੇਰਾ ਮੁੰਡਾ ਬਿਮਾਰ ਪਿਆ, ਉਹਨੂੰ ਠੀਕ ਕਰ ਦੇ, ਨਹੀਂ ਤਾਂ ਮੈਂ ਤੈਨੂੰ ਅੰਦਰ ਕਰ ਦੂੰਗਾ, ਜੇਲ੍ਹ 'ਚ ਕਰ ਦੂੰਗਾ, ਤੈਨੂੰ ਰੋਟੀ ਨਹੀਂ ਦੇਣੀ, ਪਾਣੀ ਨਹੀਂ ਦੇਣਾ। ਹੁਣ ਜੇ ਉਹ ਪਿਆਰ ਨਾਲ ਬੋਲਦਾ, ਬੇਨਤੀ ਕਰਦਾ ਤੇ ਬਾਬਾ ਜੀ ਠੀਕ ਵੀ ਕਰ ਸਕਦੇ ਸੀਗੇ। ਸਤਿਗੁਰ ਮੇਰਾ ਮਾਰਜ ਵਾਲੇ। ਪਰ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਦਾ ਫਿਰ ਜਵਾਬ ਉਹੋ ਜਿਹਾ ਸੀ ਜਿਹੋ ਜਿਹੀ ਉਹਦੀ ਬੋਲਬਾਣੀ ਸੀ। ਪਾਤਸ਼ਾਹ ਕਹਿਣ ਲੱਗੇ ਰਾਜਾ ਸਾਹਿਬ ਜਿਸ ਬੱਚੇ ਦੇ ਬਾਰੇ ਇੰਨਾ ਹੰਕਾਰ ਕਰਦਾ ਤੂੰ, ਇੱਦਾਂ ਬੋਲਦਾ ਹੈ, ਪਤਾ ਮੰਗਾ ਘਰੋਂ ਜਿਉਂਦਾ ਵੀ ਹੈ ਕਿ ਮਰ ਗਿਆ। ਕਹਿੰਦੇ ਇਹਨੇ ਇੱਕ ਨੌਕਰ ਭਜਾਇਆ ਘਰ ਨੂੰ। ਜਦ ਨੌਕਰ ਘਰ ਨੂੰ ਗਿਆ ਗੁਰੂ ਪਿਆਰਿਓ ਪਤਾ ਕਰਨ ਵਾਸਤੇ, ਘਰੋਂ ਇੱਕ ਨੌਕਰ ਭੱਜਿਆ ਆਉਂਦਾ। ਰਸਤੇ ਵਿੱਚ ਦੋਨੇ ਇਕੱਠੇ ਹੋ ਗਏ। ਕਹਿੰਦੇ ਕਿਵੇਂ ਆ, ਕੀ ਹਾਲ ਆ ਰਾਜਕੁਮਾਰ ਦਾ? ਉਹ ਕਹਿੰਦਾ ਮਰ ਗਿਆ, ਹੁਣੇ ਮਰ ਗਿਆ, ਸਾਹ ਨਿਕਲ ਗਏ। ਉਹ ਦੋਨੇ ਮੁੜ ਕੇ ਰਾਜੇ ਕੋਲ ਆ ਕੇ ਕਹਿੰਦੇ ਹਾਂ ਬਈ ਕੀ ਰਿਪੋਰਟ ਹੈ? ਕਹਿੰਦੇ ਕਾਹਦੀ ਰਿਪੋਰਟ ਹੈ ਜੀ? ਉਹ ਹੁਣੇ ਮਰ ਗਿਆ ਰਾਜਕੁਮਾਰ। ਕਹਿੰਦੇ ਅੱਛਾ। ਧੰਨ ਗੁਰੂ ਚੁੱਪ ਕਰਕੇ ਫਿਰ ਤਪੇ ਆਪਣੇ ਲਾਲੋ ਦੇ ਘਰ ਆ ਗਏ। ਗੱਲ ਹੋਈ ਨਿਬੜੀ। ਕਹਿਣ ਤੋਂ ਭਾਵ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਇੱਕ ਚੂਰਨ ਬਣ ਕੇ ਸਾਡੇ ਦੁੱਖਾਂ ਦਾ ਨਾਸ਼ ਕਰਦੀ ਹੈ। ਔਰ ਦੁੱਖਾਂ ਦਾ ਕਾਰਨ ਹੈ ਹੰਕਾਰ। ਹਉ ਮੈਂ ਦੀਰਘ ਰੋਗ ਹੈ, ਦਾਰੂ ਪੀਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਸੋ ਖੈਰ ਭਾਈ ਸੰਤੋਖ ਸਿੰਘ ਕਵੀ ਨੇ ਮੰਗਲਾਚਰਨ ਕੀਤਾ ਹੈ। ਕਹਿੰਦੇ ਗੁਰੂ ਨਾਨਕ ਦੇ ਬਚਨ ਜੇ ਕੋਈ ਚੂਰਨ ਬਣਾ ਕੇ ਹਿਰਦੇ ਵਿੱਚ ਰੱਖ ਲਵੇ ਤਾਂ ਅੰਦਰੋਂ ਹੰਕਾਰ ਦੇ ਰੋਗਾਂ ਨੂੰ ਦੂਰ ਕਰਦਾ ਹੈ। ਐਸੇ ਗੁਰੂ ਦੇ ਚਰਨਾਂ ਨੂੰ ਮੇਰੀ ਨਮਸਕਾਰ ਹੈ ਜੀ। ਸਵਈਆ ਸੇਤ ਰਗੇ ਰਚਿਓ ਜਗ ਸਾਗਰ ਕੋ, ਸਭ ਖੰਡ ਪਖੰਡਨ ਸ਼ੂਰ ਸ਼ਰਾਬਾ। ਕਹਿਣ ਲੱਗੇ ਸੰਸਾਰ ਦੇ ਵਿੱਚ ਸਾਰੀ ਧਰਤੀ ਦੇ ਉੱਤੇ ਜੋ ਪਖੰਡਾਂ ਦਾ ਸ਼ੋਰ ਸ਼ਰਾਬਾ ਪੈ ਰਿਹਾ ਹੈ, ਮਾੜੇ ਕਰਮਕਾਂਡ ਹੋ ਰਹੇ ਹਨ। ਇਸ ਧਰਤੀ ਦੇ ਉੱਤੋਂ ਜੀਵਾਂ ਨੂੰ ਪਾਰ ਕਰਕੇ ਪਰਮੇਸ਼ਰ ਵੱਲ ਲਿਜਾਣ ਵਾਸਤੇ ਇੱਕ ਸਮੁੰਦਰ ਦੇ ਉੱਤੇ ਜਿਵੇਂ ਪੁਲ ਬਣਾ ਦਈਏ ਪਾਣੀ ਤੋਂ ਟੱਪਣ ਵਾਸਤੇ, ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਇਹ ਨਾਮ ਰੂਪੀ ਜਿਹੜਾ ਹੈ ਬਚਨ, ਇਹ ਮਾਨੋ ਇੱਕ ਪੁਲ ਬਣਾ ਦਿੱਤਾ ਹੈ ਜੀ। ਕੀਰਤ ਗਾਏ ਸੁਨੈ ਪ੍ਰਭੂ ਕੀ, ਤਨ ਹੰ ਤਜੀਏ ਲੱਖ ਸਾਰੰਗ ਸ਼ਹਾਬਾ। ਇਸ ਤਰ੍ਹਾਂ ਕੀਰਤ ਗਾਏ ਸੁਣੈ ਪ੍ਰਭ ਕੀ, ਤਨ ਹੰ ਤਜੀਏ, ਹੰ ਕਹਿੰਦੇ ਆ ਹੰਕਾਰ ਨੂੰ। ਕਹਿੰਦੇ ਇਸ ਤਰ੍ਹਾਂ ਆਓ ਸਤਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੀ ਕੀਰਤੀ ਸੁਣੀਏ ਗਾਈਏ। ਜੀਵਨ ਸਰੀਰ ਦੇ ਵਿੱਚੋਂ ਹੰਕਾਰ ਨੂੰ ਛੱਡ ਕੇ ਲੱਖ ਰੰਗ ਸ਼ਹਾਬਾ, ਉਸ ਲਾਲ ਰੰਗ ਨੂੰ ਪ੍ਰਾਪਤ ਕਰੀਏ। 2 ਰੰਗ ਹੈ ਲਾਲ, ਇੱਕ ਹੰਕਾਰ ਦਾ ਰੰਗ ਹੈ, ਉਹਨੂੰ ਕੁਸੁੰਬੇ ਦਾ ਰੰਗ ਕਹਿੰਦੇ ਆ। ਇੱਕ ਮਜੀਠ ਦਾ ਰੰਗ ਹੈ। ਨਾਮ ਦਾ ਰੰਗ ਮਜੀਠ ਵਰਗਾ ਪੱਕਾ ਹੈ ਔਰ ਹੰਕਾਰ ਦਾ ਮਾਇਆ ਦਾ ਰੰਗ ਕੱਚਾ ਕੁਸੁੰਬੇ ਵਰਗਾ ਹੈ। ਤਾਂ ਤੇ ਆਓ ਇਸ ਮਾਇਆ ਦੇ ਰੰਗਾਂ ਨੂੰ ਲਾ ਕੇ ਨਾਮ ਦੇ ਰੰਗ ਨੂੰ ਪ੍ਰਾਪਤ ਕਰੀਏ ਜੀ। ਰੰਗ ਧਨੀ ਦੁਖ ਪਾਰ ਪਰੈ, ਅਵਲੋਕਤ ਹੈ ਨਿਜ ਰੂਪ ਅਜਾਬਾ। ਕਹਿਣ ਲੱਗੇ ਸੰਸਾਰ ਦੇ ਵਿੱਚ ਕੋਈ ਵੀ ਇਸ ਨਾਮ ਰੂਪੀ ਪੁਲ ਦੇ ਉੱਤੋਂ ਟੱਪ ਸਕਦਾ ਹੈ। ਜਿਵੇਂ ਪੁਲ ਹੁੰਦਾ ਹੈ ਉਹਦੇ ਉੱਤੋਂ ਲੰਗੜਾ ਬੰਦਾ ਵੀ ਲੰਘ ਸਕਦਾ ਹੈ।
ਨਾ ਵੀ ਪੈਰ ਹੋਣ, ਹੱਥ ਵੀ ਨਾ ਹੋਣ, ਰੁੜ ਕੇ ਵੀ ਲੰਘ ਸਕਦਾ ਹੈ। ਪਰ ਚੰਗਾ ਭਲਾ ਆਦਮੀ ਜੇ ਤੈਰਨ ਨਹੀਂ ਜਾਣਦਾ ਤੇ ਪਾਣੀ ਵਿੱਚੋਂ ਵੀ ਨਹੀਂ ਲੰਘ ਸਕਦਾਗਾ। ਇਸੇ ਤਰ੍ਹਾਂ ਹੀ ਇਹ ਨਾਮ ਦੀ ਜੋ ਪੁਲ ਬਣਾਇਆ ਅਕਾਲ ਪੁਰਖ ਨੇ, ਇਹਦੇ ਉੱਤੋਂ ਕਿਆ ਕੰਗਾਲ, ਕਿਆ ਅਮੀਰ ਇਹ ਸੰਸਾਰਕ ਦੁੱਖਾਂ ਦੇ ਵਿੱਚੋਂ ਪਾਰ ਹੋ ਸਕਦੇ ਹੈ। ਅਵਲੋਕਤ ਹੈ ਨਿਚ ਰੂਪ ਅਜਾਬਾ, ਜਿਨ੍ਹਾਂ ਨੇ ਗੁਰੂ ਨਾਨਕ ਦੇ ਗਿਆਨ ਨੂੰ ਲੈ ਕੇ ਨਿਜ ਸਰੂਪ ਨੂੰ ਜਾਣਨਾ ਕੀਤਾ ਹੈ ਜੀ। ਜੀਵਨ ਦੇਵ ਸਦਾ ਪਦ ਸੇਵਹੁ, ਜਾਹਰ ਪੀਰ ਗੁਰੂ ਜਗ ਬਾਬਾ। ਆਓ ਦੇਵਤਿਆਂ ਦੇ ਪੂਜਣ ਯੋਗ, ਜਗਤ ਦੇ ਗੁਰੂ, ਜਾਹਰ ਪੀਰ, ਪ੍ਰਗਟ ਕਲਾ ਧਾਰੀ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਆਪਾਂ ਸਦਾ ਸਿਮਰਨ ਕਰੀਏ, ਜਿਨ੍ਹਾਂ ਨੇ ਐਸੀ ਨਾਮ ਰੂਪੀ ਗੰਗਾ ਦੀ, ਬਾਣੀ ਰੂਪੀ ਗੰਗਾ ਦੀ ਰਚਨਾ ਕੀਤੇ ਹੈ। ਮਤ ਮੰਦ ਭਏ ਕਲ ਮੈਂ ਨਰ ਰੰਕ ਦਇਓ, ਨਰ ਰੰਕ ਦਇਓ ਹਰ ਨਾਮ ਤਿਨੈ ਮਨ ਮਾਨਕ। ਇਸ ਤਰ੍ਹਾਂ ਸੰਸਾਰ ਦੇ ਵਿੱਚ ਮਾੜੀ ਮੱਤ ਵਾਲੇ ਇਹ ਕਲਯੁਗ ਦੇ ਭਿਆਨਕ ਸਮੇਂ ਵਿੱਚ ਬੜੇ ਲੋਕ ਖੋਟੀ ਬੁੱਧੀ ਵਾਲੇ ਪੈਦਾ ਹੋ ਗਏ। ਤਾਂ ਇਹ ਸਮਝ ਲਓ ਕਿ ਸੰਸਾਰ ਬੁੱਧੀ ਕਰਕੇ ਕੰਗਾਲ ਹੈ। ਇੱਕ ਤਾਂ ਪੈਸੇ ਕਰਕੇ ਕੰਗਾਲ ਹੁੰਦਾ ਹੈ, ਹਾਂਜੀ ਉਹਦਾ ਕੰਮ ਚੱਲ ਜਾਂਦਾ ਹੈ। ਜਿਹੜਾ ਬੁੱਧੀ ਕਰਕੇ ਕੰਗਾਲ ਹੈ ਉਹ ਉਦੋਂ ਵੀ ਮਾੜਾ ਹੈ। ਇਸ ਕਰਕੇ ਦੁਨੀਆ ਜਿਹੜੀ ਹੈ ਮਤ ਕਰਕੇ, ਬੁੱਧੀ ਕਰਕੇ ਕੰਗਾਲ ਹੋ ਗਈ। ਉਹਨਾਂ ਦੇ ਅੰਦਰ ਬੁੱਧੀ ਪੈਦਾ ਕਰਨ ਵਾਸਤੇ ਨਾਮ ਦਾ ਰੰਗ, ਹਰੀ ਦਾ ਨਾਮ, ਇਹ ਨਾਨਕ ਨੇ ਲਿਆ ਕੇ ਦੇਣਾ ਕੀਤਾ, ਕਿਉਂਕਿ ਸਿਮਰਨ ਦੇ ਨਾਲ ਹੀ ਮਨੁੱਖ ਅੰਦਰ ਗਿਆਨ ਵੀ ਪੈਦਾ ਹੁੰਦਾ ਹੈ ਜੀ। ਤਨ ਮਾਨ ਤਜੇ ਸਿਮਰੇ ਜੇ ਸਦਾ, ਪ੍ਰਗਟੇ ਘਟ ਅੰਤਰ ਗਿਆਨ ਅਚਾਨਕ। ਜੇ ਮਨੁੱਖ ਆਪਣੇ ਸਰੀਰ ਦਾ, ਆਪਣੀਆਂ ਪਦਵੀਆਂ ਦਾ, ਆਪਣੀਆਂ ਅਥਾਰਟੀਆਂ ਦਾ, ਆਪਣੇ ਮਾਇਆ ਦਾ ਹੰਕਾਰ ਤਿਆਗ ਕਰਕੇ ਗੁਰੂ ਨਾਨਕ ਦੇ ਬਖਸ਼ੇ ਨਾਮ ਨੂੰ ਸਿਮਰਨ ਕਰੇ, ਉਹਦੇ ਅੰਦਰ ਗਿਆਨ ਅਚਾਨਕ ਸੁਤੇ ਹੀ ਪੈਦਾ ਹੋ ਜਾਂਦਾ ਹੈ ਜੀ। ਲਖ ਕੂਰ ਪਦਾਰਥ ਕੇ ਤਜ ਸਵਾਰਥ, ਭੀ ਪਰਮਾਰਥ ਮੈਂ ਦੁਖ ਹਾਨਕ। ਇਸ ਤਰ੍ਹਾਂ